सतगुर की जिसनु मत आवे सो सतगुर माहे समाना। एह बाणी जो जियों जाने तिस अंतर रवे हर नाम। बाणी गुरु गुरु है बाणी विच बाणी अमृत सारे। गुर बाणी कहे सेवक जन मानै पर तख गुरु निस्तारे। बाणी बिरलो विचारसी जे को गुरमुख होए। एह बाणी महापुरख की निज कर वासा होए। श्री राग महला महल पहला तन जल बल माटी पया। मन माया मोह मनूर अवगण फिर लागू पए। पूर्व जावे तूर बिन शब्द परमाइए। दुबिधा डोबे पूर मन रे। शब्द तरो चित लाए जिन गुरमुख नाम नाम बूझिया। मर जन्म आवे जाए रहाओ। तन सूचा सो आखिए जिसमें साचा नाम। पै सच राती देहोरी जेहवा सच सुआओ। सची नदर निहालिए बहुड़ न पावे ताओ।
ਸਾਚੇ ਤੇ ਪਵਨਾ ਭਇਆ, ਪਵਨ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ, ਨਿਰਮਲ ਮੈਲਾ ਨਾ ਥੀਐ, ਸ਼ਬਦ ਰਤੇ ਪਤ ਹੋਏ, ਇਹ ਮਨ ਸਾਚ ਸੰਤੋਖਿਆ, ਨਦਰ ਕਰੇ ਤਿਸ ਮਾਹੇ, ਪੰਚ ਭੂਤ ਸਚ ਭੈ ਰਤੇ, ਜੋਤ ਸਚੀ ਮਨ ਮਾਹੇ, ਨਾਨਕ ਔਗਣ ਵਿਸਰੇ, ਗੁਰ ਰਾਖੇ ਪਤ ਤਾਹੇ, ਪੰਚ ਭੂਤ ਸਚ ਭੈ ਰਤੇ, ਜੋਤ ਸਚੀ ਮਨ ਮਾਹੇ, ਨਾਨਕ ਔਗਣ ਵਿਸਰੇ, ਗੁਰ ਰਾਖੇ ਪਤ ਤਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਰਾਗ ਮਹਿਲ ਪਹਿਲਾ। ਇਹ ਪਾਵਨ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 19 ਅੰਗ ਤੇ ਦਰਜ ਹੈ। ਇਸ ਦੀ ਵਿਚਾਰ ਭਾਈ ਬਲਦੇਵ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਨਾਨਕ ਪਿਆਓ ਸਾਹਿਬ ਆਪ ਜੀ ਨੂੰ ਸਰਵਣ ਕਰਵਾਉਣਗੇ। ਜੋ ਸ਼ਬਦ ਦਾ ਸਰਲੇਖ ਹੈ, ਸ਼ਬਦ ਮਹਿਲਾ ਜਾਂ ਮਹੱਲਾ ਨਹੀਂ ਹੈ, ਮਹਿਲ ਹੈ। ਅਰਥ ਭਾਵ ਇਹਦੇ ਉਹੀ ਰਹਿਣਗੇ ਜੋ ਮਹਿਲਾ ਦੇ ਹਨ, ਮਹਿਲ ਦੇ ਹਨ। ਮੇਰੀ ਇੱਕ ਬੇਨਤੀ ਹੈ, ਕਾਰਪੈਟ ਦੀ ਸੇਵਾ ਹੋ ਰਹੀ ਹੈ, ਸੰਗਤ ਦੇ ਬੈਠਣ ਵਾਸਤੇ ਪਿੱਛੇ ਵੀ ਸਥਾਨ ਖੋਲ੍ਹ ਦਿੱਤਾ ਗਿਆ ਹੈ। ਪਰ ਮੈਂ ਬੇਨਤੀ ਕਰਾਂਗਾ ਕਿ ਜਿਸ ਪਾਸੇ ਮਜ਼ਦੂਰ ਕੰਮ ਕਰਦੇ ਨੇ, ਕੋਈ ਵੀ ਸੱਜਣ ਉਸ ਪਾਸੇ ਜਾਣ ਦੀ ਖੇਚਲ ਨਾ ਕਰੇ। ਮੱਥਾ ਸਨਮੁਖ ਹੋ ਕੇ ਟੇਕਣ ਵਾਸਤੇ ਸਾਰਾ ਹੀ ਪਹਿਲਾਂ ਦੀ ਤਰ੍ਹਾਂ ਦਰਬਾਰ ਖਾਲੀ ਹੈ। ਸੋ ਆਪਾਂ ਸਾਰੇ ਗੁਰੂ ਦੀ ਕਿਰਪਾ ਬਖਸ਼ਿਸ਼ ਦੇ ਪਾਤਰ ਬਣੀਏ, ਪਾਵਨ ਗੁਰਪੁਰਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। 22 ਤਰੀਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ, ਜੋ ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਅੰਦਰ ਮਨਾਇਆ ਜਾਵੇਗਾ। ਕੱਲ 20 ਤਰੀਕ ਵਿਸ਼ੇਸ਼ ਕੀਰਤਨ ਸਮਾਗਮ ਬੰਗਲਾ ਸਾਹਿਬ ਸਰੋਵਰ ਦੀ ਪਰਿਕਰਮਾ ਵਿੱਚ ਹੋਣਗੇ। ਸੋਦਰ ਦੇ ਪਾਠ ਦੇ ਸਮੇਂ ਤੋਂ ਲੈ ਕੇ ਰਾਤ 12 ਵਜੇ ਤੱਕ ਇਹ ਲਾਈਵ ਟੈਲੀਕਾਸਟ ਹੋਵੇਗਾ ਸਾਰਾ ਸਮਾਗਮ।
21 ਤਰੀਕ ਦੇ ਸਮਾਗਮ ਬੰਗਲਾ ਸਾਹਿਬ ਨਹੀਂ ਹਨ, ਸੀਸ ਗੰਜ ਸਾਹਿਬ ਹਨ। ਔਰ 22 ਤਰੀਕ ਨੂੰ ਲੱਖਾਂ ਹੀ ਸੰਗਤਾਂ ਨੇ ਇੱਥੇ ਆ ਕੇ ਮੱਥਾ ਟੇਕਣਾ ਹੈ। ਔਰ 21 ਤਰੀਕ ਰਾਤ ਵੀ ਸਾਰੀ ਰਾਤ ਸੰਗਤ ਦਾ ਜਲਾਓ ਇੱਥੇ ਸੱਜਦਾ ਹੈ। ਗੁਰੂ ਨੂੰ ਪਿਆਰ ਕਰਨ ਵਾਲੇ ਰਾਤ ਹੀ ਆ ਕੇ ਬੈਠ ਜਾਂਦੇ ਨੇ। ਸੋ ਮੇਰੀ ਸਾਰੇ ਵਲੰਟੀਅਰ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਸਾਡੀ ਬਹੁਤ ਵੱਡੀ ਸੇਵਾ ਜ਼ਿੰਮੇਵਾਰੀ ਹੈ। ਸੰਗਤ ਨੂੰ ਮੱਥਾ ਟਿਕਾਈਏ, ਕਿਸੇ ਦਾ ਪਰਸ ਫੋਨ ਜੋੜਾ ਚੋਰੀ ਨਾ ਹੋਵੇ, ਬਹੁਤਾ ਸਮਾਂ ਨਾ ਲੱਗੇ, ਸੰਗਤ ਨੂੰ ਸਹੂਲਤ ਹੋਵੇ ਕਿ ਉਹ ਮੱਥਾ ਟੇਕ ਕੇ ਬਾਹਰ ਨਿਕਲਣ ਵਾਸਤੇ ਠੀਕ ਰਸਤਾ ਉਸ ਨੂੰ ਪ੍ਰਾਪਤ ਹੋ ਸਕੇ। ਸਰੋਵਰ ਦੀ, ਦਰਬਾਰ ਦੀ ਪਵਿੱਤਰਤਾ, ਅਦਬ, ਇਹ ਸਾਰਾ ਕੁਝ ਅਸੀਂ ਦੱਸੀਏ ਸੰਗਤ ਨੂੰ ਕਿ ਇਹ ਸਨਮਾਨ ਕਿਵੇਂ ਕਰਨਾ ਹੈ। ਕਿਉਂਕਿ ਜਿਵੇਂ ਜਿਵੇਂ ਸੱਚੇ ਪਾਤਸ਼ਾਹ ਜੀ ਦੀ ਕਲਾ ਵਰਤ ਰਹੀ ਹੈ, ਉਵੇਂ ਉਵੇਂ ਸੰਗਤਾਂ ਦਾ ਜਲਾਓ ਬਹੁਤਾ ਸੱਜ ਰਿਹਾ ਹੈ। ਸੋ ਨਵੇਂ ਨਵੇਂ ਪਰਿਵਾਰ ਸੇਵਕ ਆਉਂਦੇ ਨੇ। ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਜੋ ਵੀ ਵਲੰਟੀਅਰ ਸੇਵਾਦਾਰ ਵੀਰ ਨੇ, ਭੈਣਾਂ ਨੇ, ਸਭ 21 ਤਰੀਕ ਸ਼ਾਮ ਤੋਂ ਲੈ ਕੇ 22 ਤਰੀਕ ਰਾਤ ਤੱਕ ਬੜੀ ਸਾਵਧਾਨਤਾ ਨਾਲ, ਮੁਸ਼ਤੈਦੀ ਨਾਲ ਇਸ ਸੇਵਾ ਦੇ ਵਿੱਚ ਹਾਜ਼ਰ ਹੋਵੋ। ਇੱਕ ਵਲੰਟੀਅਰ ਕਾਰਡ ਸੇਵਾ ਦੇ ਕਾਰਡ ਨੇ, ਨਾ ਇਹ ਆਧਾਰ ਕਾਰਡ ਹੈ, ਨਾ ਰਾਸ਼ਨ ਕਾਰਡ ਹੈ, ਨਾ ਇਹ ਇਲੈਕਸ਼ਨ ਕਾਰਡ ਹੈ। ਅਸੀਂ ਸੇਵਾ ਮੰਗ ਕੇ ਲਈ ਹੈ। ਸੋ ਮੇਰੀ ਸਭ ਨੂੰ ਬੇਨਤੀ ਹੈ ਕਿ ਜਾਂ ਫਿਰ ਸਾਡੀ ਹੱਥ ਜੋੜ ਕੇ ਬੇਨਤੀ ਕਾਰਡ ਵਾਪਸ ਕਰ ਦਿਓ। ਇਹ ਰੱਖਣ ਵਾਸਤੇ ਨਹੀਂ, ਸੇਵਾ ਵਾਸਤੇ ਕਾਰਡ ਨੇ। ਸੋ ਸਾਰਿਆਂ ਨੂੰ ਬੇਨਤੀ, ਆਪ ਜੀ ਗੁਰਪੁਰਬ ਦੇ ਸਮੇਂ ਆਓ, ਸਾਰੇ ਸੇਵਾ ਕਰੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੋ। ਭਾਈ ਬਲਦੇਵ ਸਿੰਘ ਜੀ ਸੇਵਾ ਨਿਭਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ ਸਤਨਾਮ ਵਾਹਿਗੁਰੂ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਬੇਸ਼ੁਮਾਰ ਅਥਾ ਅਗਨਤ ਅਤੁਲ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜਾਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ, ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਗੁਰੂ ਘਰ ਦੇ ਕੀਰਤਨੀਏ ਭਾਈ ਪ੍ਰੇਮ ਸਿੰਘ ਜੀ ਬੰਧੂ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸਨ। ਉਪਰੰਤ ਇਸ ਪਾਵਨ ਸਥਾਨ ਦੇ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਪਾਸੋਂ
ਆਪ ਜੀ ਨੇ ਪਾਵਨ ਸ਼ਬਦ ਦਾ ਮੂਲ ਪਾਠ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ਼੍ਰੀ ਰਾਗ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 19 ਅਤੇ 20 ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਇਸ ਪਾਵਨ ਸ਼ਬਦ ਵਿੱਚ ਜੋ ਉਪਦੇਸ਼ ਦੇ ਰਹੇ ਹਨ, ਇਸ ਪਾਵਨ ਸ਼ਬਦ ਨਾਲ ਜੁੜ ਕੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਆਪਣਿਆਂ ਹਿਰਦਿਆਂ ਵਿੱਚ ਵਸਾਈਏ। ਮਨ ਬਿਰਤੀਆਂ ਇਕਾਗਰ ਕਰੋ, ਧਿਆਨ ਗੁਰੂ ਚਰਨਾਂ ਵਿੱਚ ਜੋੜੋ। ਇੱਕ ਵਾਰ ਉਚਾਰਨ ਕਰੋ ਜੀ, ਸਤਿਨਾਮ ਵਾਹਿਗੁਰੂ ਜੀ। ਸ਼੍ਰੀ ਰਾਗ ਮਹਿਲ ਪਹਿਲਾ। ਸ਼੍ਰੀ ਰਾਗ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਚਾਰੀ ਹੋਈ ਪਾਵਨ ਬਾਣੀ। ਸ਼ਬਦ ਦੀ ਆਰੰਭਤਾ ਹੈ, ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹ ਮਨੂਰ, ਔਗਣ ਫਿਰ ਲਾਗੂ ਭਏ, ਕੂਰ ਵਜਾਵੇ ਤੂਰ। ਰਹਾਉ ਵਾਲੀ ਪੰਕਤੀ ਵਿੱਚ ਸਾਹਿਬ ਜੀ ਆਖਦੇ, ਮਨ ਰੇ ਸ਼ਬਦ ਤਰੋ ਚਿਤ ਲਾਏ, ਜਿਨ ਗੁਰਮੁਖ ਨਾਮ ਨਾ ਬੁਝਿਆ, ਮਰ ਜਨਮੈ ਆਵੇ ਜਾਏ ਰਹਾਉ। ਕਹਿਣ ਤੋਂ ਭਾਵ ਹੈ, ਸਮਝਾਇਆ ਗਿਆ, ਹੇ ਮਨ, ਤੂੰ ਸ਼ਬਦ ਦੇ ਵਿੱਚ ਚਿੱਤ ਲਾ ਕੇ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਪਾਰ ਲੰਘ। ਕਿਉਂਕਿ ਜੇ ਸਭ ਤੋਂ ਔਖਾ ਤਰਨ ਵਾਲਾ ਕੋਈ ਸਮੁੰਦਰ ਹੈ ਤੇ ਉਹ ਹੈ ਸੰਸਾਰ ਸਮੁੰਦਰ। ਇਸ ਸਮੁੰਦਰ ਬਾਰੇ ਗੱਲ ਕਰਦਿਆਂ ਗੁਰਬਾਣੀ ਵਿੱਚ ਪੰਕਤੀ ਆਉਂਦੀ ਹੈ, ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੂ। ਸਿੱਧਾਂ ਨੇ ਵੀ ਕਹਿ ਦਿੱਤਾ ਸੀ ਵੀ ਇਹ ਜਿਹੜਾ ਸੰਸਾਰ ਸਮੁੰਦਰ ਹੈ ਬੜਾ ਔਖਾ ਤਰੇ ਜਾਣ ਵਾਲਾ ਹੈ, ਅਤੇ ਤੁਸੀਂ ਕੀ ਵਿਚਾਰ ਦਿੰਦੇ, ਕੀ ਉਪਦੇਸ਼ ਦਿੰਦੇ ਵੀ ਇਹਨੂੰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ। ਅਤੇ ਗੁਰੂ ਸਾਹਿਬ ਜੀ ਨੇ ਵੀ ਉਸ ਵੇਲੇ ਸਮਝਾਇਆ ਸੀ ਕਿ ਜਿਹੜੀ ਸੁਰਤ ਹੈ ਇਹਨੂੰ ਸ਼ਬਦ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਸਕੀਦਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਿਸ਼ਾਨੇ, ਸ਼ਬਦ ਸੁਰਤ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਕੋਈ ਮਨੁੱਖ ਕਵੇ ਵੀ ਮੈਂ ਬੜਾ ਸਿਆਣਾ ਵਾਂ, ਮੈਨੂੰ ਕਿਸੇ ਆਸਰੇ ਦੀ ਲੋੜ ਨਹੀਂ ਅਤੇ ਮੈਂ ਸਮੁੰਦਰ ਨੂੰ ਤਰ ਸਕਦਾ ਹਾਂ। ਕਈ ਵਾਰੀ ਦਾਅਵਾ ਕਰਨ ਵਾਲੇ ਜਿਹੜੇ ਨੇ ਉਸ ਸਮੁੰਦਰ ਵਿੱਚ ਡੁੱਬ ਜਾਇਆ ਕਰਦੇ ਨੇ। ਇਸੇ ਤਰ੍ਹਾਂ ਕੋਈ ਕਵੇ ਕਿ ਮੈਨੂੰ ਬੜਾ ਗਿਆਨ ਹੈ, ਮੈਂ ਬੜਾ ਸਿਆਣਾ ਹੈ, ਮੈਂ ਸੰਸਾਰ ਸਮੁੰਦਰ ਤੋਂ ਤਰ ਸਕਦਾ, ਮੈਨੂੰ ਕਿਸੇ ਆਸਰੇ ਦੀ ਲੋੜ ਨਹੀਂ। ਅਤੇ ਜਿੰਨਾ ਚਿਰ ਗੁਰੂ ਦਾ ਆਸਰਾ ਨਾ ਲਿਆ ਜਾਵੇ ਓਨਾ ਚਿਰ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋਇਆ ਜਾ ਸਕਦਾ। ਇਸੇ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮਨ ਰੇ ਸ਼ਬਦ ਤਰੋ ਚਿਤ ਲਾਏ। ਕਹਿਣ ਲੱਗੇ ਸ਼ਬਦ ਦੇ ਵਿੱਚ ਆਪਣਾ ਚਿੱਤ ਜੋੜ ਕੇ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਪਾਰ ਲੰਘ। ਗੁਰੂ ਸਮਰੱਥ ਹੈ, ਗੁਰੂ ਆਪ ਤਰਿਆ ਹੋਇਆ ਹੈ ਅਤੇ ਹੋਰਨਾਂ ਨੂੰ ਤਾਰਨ ਦੇ ਸਮਰੱਥ ਹੈ। ਜਿਹੜਾ ਆਪ ਨਹੀਂ ਤਰ ਸਕਦਾ ਉਹ ਦੂਜੇ ਨੂੰ ਨਹੀਂ ਤਾਰ ਸਕਦਾ। ਜੋ ਡੁਬੰਦੇ ਆਪ ਸੇ ਤਰਾਏ ਕਿਨਖੇ। ਇਸ ਵਾਸਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਆਪਣਾ ਸਿਰ ਝੁਕਾਈਏ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਬਣਾਈਏ। ਅਤੇ ਜੇ ਐਸਾ ਹੋਵੇ ਵੀ ਅਸੀਂ ਗੁਰੂ ਦੇ ਉਪਦੇਸ਼ਾਂ ਅਨੁਸਾਰ ਜੀਵਨ ਢਾਲੀਏ ਅਤੇ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਆਖਦੇ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜਿਹੜਾ ਉਪਦੇਸ਼ਾਂ ਨੂੰ ਮੰਨਦਾ ਹੈ ਸੇਵਕ, ਯਕੀਨੀ ਤੌਰ 'ਤੇ ਇਹ ਬਾਣੀ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ।
ਪ੍ਰਤੱਖ ਕਹਿ ਕੇ ਗੁਰੂ ਰਾਮਦਾਸ ਮਹਾਰਾਜ ਨੇ ਕਹਿ ਦਿੱਤਾ, ਭਲਿਓ ਮੇਰੇ ਤੇ ਵਿਸ਼ਵਾਸ ਕਰਿਓ, ਮੈਂ ਸੱਚ ਆਖਦਾ ਯਕੀਨੀ ਤੌਰ ਤੇ ਜਿਹੜਾ ਇਸ ਬਾਣੀ ਦੇ ਨਾਲ ਜੁੜ ਜਾਏਗਾ ਮਨ ਕਰਕੇ, ਇਹ ਬਾਣੀ ਉਹਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਗੀ। ਮਨ ਰੇ ਸ਼ਬਦ ਤਰੋ ਚਿਤ ਲਾਏ, ਇਹ ਸਾਡਾ ਸਰੀਰ ਵੀ ਇੱਕ ਬੇੜਾ ਹੈ ਤੇ ਅਸੀਂ ਇਹ ਸਰੀਰ ਬੇੜੇ ਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰਨੇ, ਅਸੀਂ ਇਹਦੇ ਵਿੱਚ ਬੈਠੇ ਹੋਏ ਹਾਂ। ਪਰ ਕੀ ਹੈ, ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਬੇੜਾ ਜਰ ਜਰਾ ਫੂਟੇ 6000, ਹਰੂਏ ਹਰੂਏ ਤਿਰ ਗਏ ਬੂਢੇ ਜਿਨ ਸਰਪਾਰ। ਜਿਹੜੇ ਹਲਕੇ ਹੁੰਦੇ ਨੇ ਉਹ ਤਰ ਜਾਂਦੇ ਨੇ, ਤੇ ਜਿਨ੍ਹਾਂ ਨੇ ਸਿਰ ਦੇ ਉੱਤੇ ਭਾਰ ਚੁੱਕਿਆ ਹੋਵੇ ਉਹ ਫਿਰ ਤਰਦੇ ਨਹੀਂ, ਉਹ ਡੁੱਬ ਜਾਇਆ ਕਰਦੇ ਨੇ। ਕਹਿੰਦੇ ਮਨੁੱਖ ਸੰਸਾਰ ਤੋਂ ਖਾਲੀ ਹੱਥ ਜਾਂਦਾ ਹੈ। ਇਹ ਤਾਂ ਠੀਕ ਹੈ ਕਿ ਜਿਹਨੇ ਨਾਮ ਨਹੀਂ ਜਪਿਆ, ਸੇਵਾ ਸਿਮਰਨ ਨਹੀਂ ਕੀਤਾ, ਕਮਾਈ ਨਹੀਂ ਕੀਤੀ, ਉਹ ਇਸ ਨਾਮ ਵਾਲੇ ਪਾਸੇ ਤੋਂ, ਚੰਗੇ ਗੁਣਾਂ ਤੋਂ ਖਾਲੀ ਹੱਥ ਜਾਂਦਾ ਹੈ। ਪਰ ਜੇ ਆਪਾਂ ਵਿਚਾਰ ਕਰੀਏ, ਜਾਂ ਤਾਂ ਮਨੁੱਖ ਨਾਮ ਦੀ ਦਾਤ ਲੈ ਕੇ ਜਾਂਦਾ ਹੈ, ਸਵਾਸਾਂ ਨੂੰ ਸਫਲੇ ਕਰਕੇ ਜਾਂਦਾ ਹੈ, ਤੇ ਜਾਂ ਫਿਰ ਪਾਪਾਂ ਦੀਆਂ ਪੰਡਾਂ ਚੁੱਕ ਕੇ ਸੰਸਾਰ ਤੋਂ ਤੁਰ ਪੈਂਦਾ ਹੈ। ਜਿਨ੍ਹਾਂ ਨੇ ਜ਼ਿੰਦਗੀ ਵਿੱਚ ਪਾਪ ਕਮਾਏ ਉਹ ਫਿਰ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੁੰਦੇ, ਉਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਇਆ ਕਰਦੇ ਨੇ। ਜਿਨ੍ਹਾਂ ਨੇ ਨਾਮ ਜਪਿਆ ਉਹ ਆਪ ਤਰੇ, ਉਹਨਾਂ ਦੇ ਨਾਲ ਹੋਰ ਸੰਗੀ ਸਾਥੀ ਤਰ ਗਏ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਕਿੰਨੀ ਲੁਕਾਈ ਉਹਨਾਂ ਦੇ ਨਾਲ ਤਰ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਪ੍ਰਚਾਰਕ ਫੇਰੀਆਂ, ਜੋ ਉਦਾਸੀਆਂ ਕੀਤੀਆਂ, ਉਹਨਾਂ ਵਿੱਚ ਥਾਂ ਥਾਂ 'ਤੇ ਜਾ ਕੇ ਲੋਕਾਂ ਨੂੰ ਤਾਰਿਆ, ਪਰਮਾਤਮਾ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਆ, ਔਰ ਤਪਦੇ ਹੋਏ ਹਿਰਦਿਆਂ ਨੂੰ ਸ਼ਾਂਤ ਕੀਤਾ, ਠੰਡੇ ਠਾਰ ਕੀਤਾ। ਜੇ ਕਿਤੇ ਮਨ ਸੁਖ ਉਹਨੇ ਅਰਦਾਸ ਕੀਤੀ, ਸਤਿਗੁਰੂ ਜੀ ਦੀ ਇੰਤਜ਼ਾਰ ਕੀਤੀ, ਸਤਿਗੁਰੂ ਜੀ ਪਹੁੰਚ ਗਏ ਤੇ ਉਹਦਾ ਬੇੜਾ ਬੰਨੇ ਲਾਇਆ ਸਤਿਗੁਰੂ ਜੀ ਨੇ ਆਤਮਿਕ ਤੌਰ 'ਤੇ। ਜੇ ਕਦੀ ਭਾਈ ਮੱਖਣ ਸ਼ਾਹ ਲੁਬਾਣਾ ਉਹਨੇ ਅਰਦਾਸ ਕੀਤੀ, ਤੂਫਾਨ ਵਿੱਚ ਬੇੜਾ ਫਸ ਗਿਆ, ਮਲਾਹ ਵੀ ਕਹਿਣ ਲੱਗੇ ਸਾਡਾ ਕੋਈ ਵਸ ਨਹੀਂ ਚੱਲ ਰਿਹਾ, ਤੇ ਉਹਨੇ ਆਖਿਆ ਇੱਕ ਵੱਡਾ ਮਲਾਹ ਏ, ਉਹਦੇ ਅੱਗੇ ਬੇਨਤੀ ਕਰੀਏ, ਮੈਨੂੰ ਥੋੜ੍ਹਾ ਜਿਹਾ ਵਕਤ ਦਿਓ। ਚੌਂਕੜਾ ਮਾਰ ਕੇ ਬਹਿ ਗਿਆ ਨੇਤਰ ਮੁੰਦ ਕੇ, ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਕੀਤੀ। ਗੁਰੂ ਨਾਨਕ ਦੇ ਦਰਬਾਰ ਵਿੱਚ ਅਰਦਾਸ ਪ੍ਰਵਾਨ ਹੋਈ ਤੇ ਭਾਈ ਮੱਖਣ ਸ਼ਾਹ ਲੁਬਾਣਾ ਦਾ ਬੇੜਾ ਜਿਹੜਾ ਸੀ ਉਹ ਬੰਨੇ ਲੱਗਾ। ਜੋ ਉਹਨੇ ਆਪਣੇ ਹਿਰਦੇ ਵਿੱਚ ਸੁੱਖ ਸੁਖੀ ਸੀ, ਜੋ ਉਹਨੇ ਬਚਨ ਕੀਤਾ ਸੀ ਕਿ ਮੈਂ ਮੋਹਰਾਂ ਭੇਟ ਕਰਾਂਗਾ, ਤੇ ਉਹ ਜਦੋਂ ਦਿੱਲੀ ਆਇਆ ਉਹਨੂੰ ਪਤਾ ਲੱਗਾ ਕਿ 8ਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ, ਸੰਗਤਾਂ ਨੂੰ ਹੁਕਮ ਕਰ ਗਏ ਨੇ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਨ ਗੁਰੂ ਸਭ ਸੰਗਤ ਸੰਭਾਲੇ। ਤੇ ਭਾਈ ਮੱਖਣ ਸ਼ਾਹ ਫਿਰ ਪੰਜਾਬ ਦੀ ਧਰਤੀ ਨੂੰ ਚੱਲ ਪਿਆ। ਬਕਾਲੇ ਨਗਰ ਵਿੱਚ ਪਹੁੰਚ ਕੇ ਉਹਨੇ ਦੇਖਿਆ ਵੀ 22 ਮੰਜੀਆਂ ਲੱਗੀਆਂ ਹੋਈਆਂ, ਸਾਰਿਆਂ ਨੂੰ 2-2 ਮੋਹਰਾਂ ਰੱਖ ਕੇ ਉਹਨੇ ਪਰਖ ਲਿਆ। ਆਖਿਆ ਮੇਰੇ ਮਨ ਦੀ ਭਾਵਨਾ ਦੱਸ ਕੇ ਰਹਿੰਦੀ ਭੇਟਾ ਲੈ ਲਓ। ਹੁਣ ਕੱਚੇ ਸਨ ਤੇ ਮਨ ਦੀ ਭਾਵਨਾ ਬੁੱਝੀ ਨਾ ਗਈ। ਅਖੀਰ ਪਿੰਡ ਵਾਲਿਆਂ ਨੂੰ ਪੁੱਛਿਆ, ਉਹਨਾਂ ਦੱਸਿਆ ਵੀ ਇੱਕ ਹੋਰ ਸੋਢੀ ਇੱਥੇ ਰਹਿੰਦਾ, ਬੜਾ ਪੁਰਾਣਾ ਗੁਰੂ ਸੰਤਾਨ ਹੈ। ਜਦੋਂ ਜਾ ਕੇ ਨਮਸਕਾਰ ਕੀਤੀ, ਗੁਰੂ ਨੇ ਕਹਿ ਦਿੱਤਾ ਕਿ ਤੇਰੀ ਉਸ ਵੇਲੇ ਜਿਹੜੀ ਮਨ ਦੀ, ਜੋ ਤੂੰ ਮਨ ਵਿੱਚ ਉਹ ਬਚਨ ਕਿਹਾ ਸੀ ਕਿ ਉਹ 2 ਮੋਹਰਾਂ ਦਾ ਸੀ, ਜੇ 2 ਮੋਹਰਾਂ ਦਾ ਨਹੀਂ ਸੀ ਤੇ ਫਿਰ 2 ਮੋਹਰਾਂ ਰੱਖੀਆਂ ਕਿਉਂ? ਗੁਰੂ ਘਰ ਵਿੱਚ ਮਾਇਆ ਦਾ ਘਾਟਾ ਨਹੀਂ, ਪਰ ਜਿਹੜਾ ਬਚਨ ਕੀਤਾ ਹੋਵੇ ਗੁਰੂ ਘਰ ਦੇ ਨਾਲ, ਉਹਦੇ ਉੱਤੇ ਪੂਰਾ ਉਤਰਨਾ ਚਾਹੀਦਾ ਹੈ। ਉਹਦੇ ਮਨ ਦੀ ਖੁਸ਼ੀ ਦੀ ਹੱਦ ਨਾ ਰਹੀ। ਉਹਨੇ ਸਾਰੇ ਨਗਰ ਨੂੰ ਦੱਸਿਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਮੈਨੂੰ ਸੱਚਾ ਗੁਰੂ ਲੱਭ ਗਿਆ ਹੈ। ਤੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸਾਹਿਬ ਜੀ ਕਹਿੰਦੇ ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ।
ਐਸਾ ਗੁਰੂ ਵੱਡੇ ਭਾਗਾਂ ਦੇ ਨਾਲ ਮਿਲਦਾ ਹੈ, ਜਿਹੜਾ ਔਜੜੇ ਪਏ ਹੋਏ ਨੂੰ ਸਿੱਧੇ ਰਸਤੇ ਪਾ ਦਿੰਦਾ ਹੈ, ਜਿਹੜਾ ਸਹੀ ਮਾਰਗ ਦੱਸਦਾ ਹੈ ਕਿ ਭਾਈ ਜਿਸ ਰਸਤੇ 'ਤੇ ਤੂੰ ਤੁਰਨ ਲੱਗਾ ਹੈ, ਇਹ ਰਸਤਾ ਬੜਾ ਕਠਿਨ ਹੈ, ਇਹਦੇ ਵਿੱਚ ਬੜੀਆਂ ਮੁਸ਼ਕਲਾਂ ਹਨ, ਇਸ ਰਸਤੇ 'ਤੇ ਜਾ। ਗੁਰੂ ਦੱਸਦਾ ਹੈ ਸਹੀ ਰਸਤਾ। ਇਸ ਵਾਸਤੇ ਕਹਿ ਦਿੱਤਾ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੇ ਗੁਰ ਚਰਨ ਪਿਆਰੇ। ਪਰਮਾਤਮਾ ਦਾ ਨਾਮ ਸਿਮਰਿਆ ਕਰ, ਉਸ ਪ੍ਰਭੂ ਨੂੰ ਆਰਾਧਿਆ ਕਰ, ਅਤੇ ਜਿਹਨੇ ਪ੍ਰਭੂ ਨੂੰ ਆਰਾਧਿਆ ਉਹਦਾ ਬੇੜਾ ਬੰਨੇ ਲੱਗ ਜਾਂਦਾ ਹੈ। ਉਹਦਾ ਫਿਰ ਜੀਵਨ ਦਾ ਬੇੜਾ ਸੰਸਾਰ ਸਮੁੰਦਰ ਵਿੱਚ ਡਕੋ ਡੋਲੇ ਨਹੀਂ ਖਾਂਦਾ। ਉਹਦਾ ਜੀਵਨ ਦਾ ਬੇੜਾ ਜਿਹੜਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਗੁਰੂ ਸਾਹਿਬ ਜੀ ਇਸ ਸ਼ਬਦ ਵਿੱਚ ਆਖਦੇ ਨੇ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਜਿਹੜਾ ਮਨ ਸੀ ਉਹ ਕਾਮ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ, ਮੋਹ ਵਿੱਚ ਖਚਿਤ ਹੋਇਆ, ਅਤੇ ਜਦੋਂ ਗੁਰੂ ਦੀ ਸ਼ਰਨ ਆਇਆ, ਗੁਰੂ ਨੇ ਸਾਰੇ ਬੰਧਨ ਕੱਟ ਦਿੱਤੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵਿਕਾਰਾਂ ਤੋਂ ਮੁਕਤ ਕਰ ਦਿੱਤਾ, ਵਿਕਾਰਾਂ ਤੋਂ ਖਲਾਸੀ ਦਵਾ ਦਿੱਤੀ। ਦੁੱਖ ਸੁੱਖ ਕਰਤ ਜਨਮ ਫੁਨ ਮੂਆ। ਮਨੁੱਖ ਕਦੇ ਇਹਨੂੰ ਜੀਵਨ ਵਿੱਚ ਦੁੱਖ ਆਉਂਦਾ ਹੈ, ਕਦੇ ਸੁੱਖ ਆਉਂਦਾ ਹੈ, ਕਦੇ ਜੰਮਦਾ ਹੈ, ਕਦੇ ਮਰਦਾ ਹੈ। ਭਾਵ ਦੁੱਖ ਆਉਂਦਾ ਹੈ, ਨਿੰਮੋ ਝੂਣਾ ਹੋ ਜਾਂਦਾ ਹੈ, ਸੁੱਖ ਆਉਂਦਾ ਹੈ, ਖੁਸ਼ ਹੋ ਜਾਂਦਾ ਹੈ। ਅਤੇ ਜਦੋਂ ਇਸ ਤਰ੍ਹਾਂ ਦੁੱਖ ਸੁੱਖ ਵਿੱਚ ਡਕੋ ਡੋਲੇ ਖਾਂਦੇ ਹੋਏ ਨੂੰ ਗੁਰੂ ਨੇ ਪਰਮਾਤਮਾ ਦੇ ਚਰਨ ਕਮਲਾਂ ਦਾ ਆਸ਼ਰਮ ਦੇ ਦਿੱਤਾ। ਚਰਨ ਕਮਲ ਗੁਰ ਆਸ਼ਰਮ ਦੀਆ, ਅਤੇ ਇਹਦੇ ਸਾਰੇ ਦੁੱਖ ਹੀ ਮੁਕਾ ਦਿੱਤੇ। ਅਗਨ ਸਾਗਰ ਬੁੱਢਤ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਤ੍ਰਿਸ਼ਨਾ ਦੀ ਅੱਗ ਵਿੱਚ ਸਾਰਾ ਸੰਸਾਰ ਡੁੱਬ ਰਿਹਾ, ਪਰ ਜਿਹਦੀ ਬਾਂਹ ਗੁਰੂ ਫੜ ਲਵੇ ਉਹਨੂੰ ਸੰਸਾਰ ਸਮੁੰਦਰ ਤੋਂ, ਤ੍ਰਿਸ਼ਨਾ ਦੀ ਅੱਗ ਵਿੱਚੋਂ ਕੱਢ ਲੈਂਦਾ ਹੈ, ਪਾਰ ਕਰ ਦਿੰਦਾ ਹੈ। ਉਹਨਾਂ ਵਾਸਤੇ ਪੰਜਵੇਂ ਪਾਤਸ਼ਾਹ ਜੀ ਬਚਨ ਕਰਦੇ, ਤਰੇ ਕੁਟੰਬ ਸੰਗ ਲੋਗ ਕੁੱਲ ਸਬਾਇਆ। ਉਹਨਾਂ ਦੇ ਪਰਿਵਾਰ ਤਰਦੇ ਨੇ, ਸੰਗੀ ਸਾਥੀ ਤਰਦੇ ਨੇ, ਉਹਨਾਂ ਦੀਆਂ ਕੁੱਲਾਂ ਤਰ ਜਾਂਦੀਆਂ ਨੇ। ਕਿਹੜੇ? ਜਿਹੜੇ ਪਰਮਾਤਮਾ ਦਾ ਨਾਮ ਜਪਣ ਵਾਲੇ, ਜਿਹੜੇ ਸ਼ਬਦ ਦੇ ਨਾਲ ਆਪਣੇ ਚਿੱਤ ਨੂੰ ਜੋੜਨ ਵਾਲੇ ਨੇ, ਜਿਹੜੇ ਗੁਰਬਾਣੀ ਦੇ ਨਾਲ ਆਪਣੇ ਚਿੱਤ ਨੂੰ ਜੋੜਦੇ ਹਨ। ਗੁਰੂ ਸਾਹਿਬ ਜੀ ਕਹਿਣ ਲੱਗੇ, ਮਨ ਰੇ ਸ਼ਬਦ ਤਰੋ ਚਿਤ ਲਾਏ, ਜਿਨ ਗੁਰਮੁਖ ਨਾਮ ਨਾ ਬੁੱਝਿਆ। ਜਿਨ੍ਹਾਂ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਨਹੀਂ ਪਾਈ ਨਾ, ਉਹਨਾਂ ਦਾ ਹਾਲ ਕੀ ਹੁੰਦਾ ਹੈ? ਮਰ ਜਨਮੈ ਆਵੈ ਜਾਏ। ਉਹ ਮਰਦੇ ਨੇ, ਜੰਮਦੇ ਨੇ, ਆਉਂਦੇ ਨੇ, ਜਾਂਦੇ ਨੇ। ਭਾਵ ਕਦੇ ਉਹਨਾਂ ਨੂੰ ਆਤਮਿਕ ਜੀਵਨ ਮਿਲਦਾ ਹੈ, ਅਤੇ ਕਦੇ ਆਤਮਿਕ ਮੌਤੇ ਮਰ ਜਾਂਦੇ ਨੇ। ਦੂਜੀ ਗੱਲ ਫਿਰ ਜੂਨਾਂ ਦੀ, ਉਹ ਫਿਰ ਜੂਨਾਂ ਵਿੱਚ ਭਟਕਦੇ ਫਿਰਦੇ ਨੇ। ਕਦੇ ਮੌਤ ਹੁੰਦੀ, ਕਦੇ ਜਨਮ ਹੁੰਦਾ ਹੈ, ਇਸੇ ਚੱਕਰ ਵਿੱਚ ਹੀ ਪੈ ਰਹਿੰਦੇ ਨੇ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੇ। ਬੜੀ ਵੱਡੀ ਉਹਨਾਂ ਨੂੰ ਸਜ਼ਾ ਮਿਲਦੀ ਹੈ। ਅਤੇ ਅਰਦਾਸ ਕੀਤੀ ਪਰਮਾਤਮਾ ਦੇ ਚਰਨਾਂ ਵਿੱਚ, ਦੇਵਾ ਪਾਹਨ ਤਾਰੀਆ ਲੈ। ਕਹਿੰਦੇ ਤੂੰ ਤੇ ਪੱਥਰਾਂ ਨੂੰ ਤਾਰਨ ਵਾਲਾ ਹੈ। ਪੱਥਰ ਦਿਲ ਇਨਸਾਨ ਵੀ ਗੁਰੂ ਦੀ ਕਿਰਪਾ ਦੇ ਨਾਲ ਤਰਦੇ ਦੇਖੇ ਨੇ। ਰਾਮ ਕਹਿਤ ਜਨ ਕਸ ਨਾ ਤਰੀ। ਅਤੇ ਰਾਮ ਦਾ ਨਾਮ ਜਪਣ ਦੇ ਨਾਲ ਕਿਸ ਤਰ੍ਹਾਂ ਨਹੀਂ ਤਰੇਗਾ ਮਨੁੱਖ? ਜਿਹੜਾ ਰਾਮ ਦਾ ਨਾਮ ਜਪਦਾ ਹੈ, ਰਾਮ ਕਹਿੰਦੇ ਨੇ ਜਿਹੜਾ ਅਕਾਲ ਪੁਰਖ ਰਮਿਆ ਹੋਇਆ। ਦੋ ਤਰ੍ਹਾਂ ਰਾਮ ਸ਼ਬਦ ਗੁਰਬਾਣੀ ਵਿੱਚ ਆਇਆ। ਇੱਕ ਅਕਾਲ ਪੁਰਖ ਵਾਸਤੇ ਆਇਆ,
ਇੱਕ ਦਸ਼ਰਥ ਜੀ ਦੇ ਸੁਪੁੱਤਰ ਰਾਮ ਜੀ ਵਾਸਤੇ ਆਇਆ। एक राम दशरथ का बेटा, एक राम घट घट मैं लेटा। कौन राम दशरथ का बेटा, कौन राम घट घट मैं लेटा। आकार रूप दशरथ का बेटा। आकार कहते ने शरीर नूं, जिहड़ा शरीर धारण करके संसार ते आया, जन्म लैके आया, वो दशरथ जी का सुपुत्र राम जी। ते सकार रूप घट घट मैं लेटा, जिहड़ा हर एक हिरदे विच वसदा है, वो है परमात्मा, वो रमिया होया राम है। ते जिहड़ा राम दा नाम लैंदा है, वो संसार समुंदर तो तर जांदा है, वो फिर डुबदा नहीं। तारी ले गनका बिन रूप कुबजा, ब्याद अजामल तारी अले। चरण बदक जन तेऊ मुकत भये, हों बल बल जिन राम कहे। कहते जिन्ना अकाल पुरख नूं सिमरिया ना, राम राम जपिया। देखो सारे परमात्मा दे नाम ने। राम भी उन्हों कहते ने, अल्लाह भी उन्हों कहते ने, वाहिगुरू कह के आपां उन्हों याद करते हैं। माँ नूं कोई माँ कहता है, कोई माता कहता है, कोई झाई कहता है, कोई मोम कहता है। ते कोई भी ना लैके पुत्र जदों माँ नूं आवाज़ मारदा है ते माँ खुश हो जाती है। कोई नाम लैके रब नूं सिमर लो अपने अपने धर्म के अनुसार, ते रब जी खुश हो जाते ने। मेरे पुत्र ने मैनू याद किया है, क्योंकि तू मेरा पिता, तू है मेरा माता, तू मेरा बंधप, तू मेरा भराता। कहते राम राम जप के गनका तर गई, जिहदे बारे आखिया गणका पापन होए कै, पापां दा गलहार परोता। ऐने पाप कीते सी, पर नाम जपन दा करके उहदा पार उतारा हो गया। जिहड़ी कुबजा सी वो भी तर गई, अजामल वर्गे पापी तर गए। जिन्हें भी परमात्मा का नाम जपिया, नौवें पातशाह कहते हर को नाम सदा सुखदाई, जाको सिमर अजामल उधरियो गनका हूँ गत पाई। अजामल गनका वर्गे पाप करन वाले जे नाम जप के तर सकते ने, ते मनुख तू भी नाम जप, तेरा भी पार उतारा होएगा। जपिया कर सतनाम श्री वाहिगुरू, सतनाम श्री वाहिगुरू। दासी सुत जन बिदर सुदामा, उग्र सैन को राज दिए। बिदर नूं तारिया, सदामे दी गरीबी कटी, उग्र सैन नूं राज दिता कंस नूं मार के। जपहीन तपहीन कुलहीन क्रमहीन, नामे के स्वामी ते उतरे। जदों उहदी मेहर दी निगाह हो जाती ना, फिर गुण औगण नहीं जे वेखदा। फिर ये नहीं वेखदा भी इन्हें किन्ना नाम जपिया ते किन्ना नहीं जपिया। बाँह पकड़ ठाकर हों किदी, गुण अवगण ना पछाणी। फिर वो भी तर जाते ने जिन्हां दा कोई जप नहीं तप नहीं। ये प्रभु की मेहर है, बख्शिश है उहदी। हुण इहदे तो ये सबक नहीं लैना भी जे जप ना करन वाले तर गए तो की लोड़ है सानू जप करन दी, की लोड़ है तप करन दी। गुर सेवा तपां सिर तपसार नहीं। असी अपने सोहणे जीवन वास्ते, साडा मनुखा जन्म सफल हो जावे, इस वास्ते असी बाणी भी पढ़नी है, असी सेवा भी करनी है। गुरु दे दर ते कीती हुई सेवा ही महान तपां नालों महान तप है। सानू कोई धूणियां ता के बहन की लोड़ नहीं है, सर्दी विच ठंडे पानी विच खलोण की लोड़ नहीं है कि असी उस तरीके दे नाल जप करन तप करना नहीं। गुरु दे दर ते सेवा करो, सिख वास्ते सेवक वास्ते यही तप है। गुर सेवा तपां सिर तपसार, हर जीओ मन वसे सब दुख विसारनार। जिहड़ा गुरु दे दर ते आके सेवा करदा है, उहदे दुखां दा नाश हुंदा है।
ਜਦੋਂ ਰੱਬ ਦੀ ਮਿਹਰ ਹੁੰਦੀ ਹੈ ਤੇ ਰੱਬ ਸਾਰਿਆਂ ਨੂੰ ਤਾਰ ਦਿੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਜਪ ਵਾਲੇ ਦੀ ਥੋੜ੍ਹੀ ਜਿਹੀ ਸੰਗਤ ਕਰ ਲਈ ਤੇ ਉਹ ਵੀ ਉਹਦੇ ਨਾਲ ਲੱਗ ਕੇ ਤਰ ਜਾਂਦਾ, ਜਿੱਦਾਂ ਲੱਕੜੀ ਦੇ ਨਾਲ ਲੱਗ ਕੇ ਲੋਹਾ ਤਰ ਜਾਂਦਾ ਹੈ। ਇਸ ਤਰ੍ਹਾਂ ਵੈਸੇ ਲੋਹਾ ਡੁੱਬ ਜਾਂਦਾ ਹੈ, ਪੱਥਰ ਵੀ ਡੁੱਬ ਜਾਂਦਾ ਹੈ। ਜੇ ਲੋਹਾ ਲੱਕੜ ਦੇ ਨਾਲ ਲਗਾ ਦਿੱਤਾ ਜਾਵੇ ਤੇ ਉਹ ਤਰ ਜਾਂਦਾ ਹੈ। ਲੱਕੜ ਦੀ ਬੇੜੀ ਬਣਾ ਕੇ ਉਹਦੇ ਵਿੱਚ ਪੱਥਰ ਰੱਖ ਦਿੱਤਾ ਜਾਵੇ, ਉਹ ਉਹਨੂੰ ਵੀ ਪਾਰ ਕਰਾ ਦਿੰਦੀ ਹੈ। ਇਸੇ ਤਰ੍ਹਾਂ ਜਿਹੜੇ ਨਾਮ ਜਪਣ ਵਾਲੇ ਸੇਵਕ ਹਨ, ਜਿਹੜੇ ਭਗਤ ਸੰਤ ਗੁਰਮੁਖ, ਉਹਨਾਂ ਦੀ ਸੰਗਤ ਕਰਕੇ ਸੰਗਤ ਕਰਨ ਵਾਲੇ ਵੀ ਤਰ ਜਾਂਦੇ ਹਨ। ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਭਗਤ ਜੀ ਨੇ ਕਹਿ ਦਿੱਤਾ ਸੀ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਇਹ ਜਿਹੜਾ ਸੰਸਾਰ ਸਮੁੰਦਰ ਹੈ ਨਾ, ਇਹਨੂੰ ਪਾਰ ਕਰਨ ਦੀ ਮੇਰੀ ਸਮਰੱਥਾ ਨਹੀਂ, ਮੈਨੂੰ ਇਹਦੇ ਤੋਂ ਪਾਰ ਕਰਾ ਦੇ। ਭਾਵੇਂ ਸਮਰੱਥਾ ਸੀ, ਫਿਰ ਵੀ ਨਿਮਰਤਾ ਵਿੱਚ ਆ ਕੇ ਅਰਦਾਸ ਕੀਤੀ ਹੈ ਕਿ ਜਿਹੜਾ ਕੋਈ ਆਸਰਾ ਲੈ ਲੈਂਦਾ ਉਹ ਡੁੱਬਦਾ ਨਹੀਂ ਹੈ। ਜਿਹਦੇ ਅੰਦਰ ਹਉਮੈ ਆ ਜੇ, ਅਹੰਕਾਰ ਆ ਜੇ ਵੀ ਮੈਂ ਤੇ ਬੜਾ ਤਾਰੂ ਆ, ਮੈਨੂੰ ਕੀ ਲੋੜ ਹੈ ਆਸਰਾ ਲੈਣ ਦੀ, ਫਿਰ ਉਹ ਡੁੱਬ ਜਾਇਆ ਕਰਦਾ ਹੈ। ਭਗਤ ਜੀ ਕਹਿੰਦੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ। ਅਨਲ ਬੇੜਾ, ਮੇਰਾ ਬੇੜਾ ਜਿਹੜਾ ਜ਼ਿੰਦਗੀ ਦਾ, ਉਹ ਤੂਫਾਨ ਵਿੱਚ ਫਸ ਗਿਆ ਹੈ। ਵਿਕਾਰਾਂ ਦਾ ਝੱਖੜ ਆ ਗਿਆ ਹੈ। ਹੋਂ ਖੇਵ ਨਾ ਸਾਕੋਂ, ਹੁਣ ਮੈਂ ਚੱਪੂ ਮਾਰਨ ਜੋਗਾ ਨਹੀਂ ਰਿਹਾ। ਇੱਕ ਜਗਿਆਸੂ ਦੀ ਦਸ਼ਾ ਬਿਆਨ ਕੀਤੀ ਉਹਨਾਂ ਨੇ ਕਿ ਇੱਕ ਜਗਿਆਸੂ ਬੇਨਤੀ ਕਰ ਰਿਹਾ ਹੈ ਪਰਮਾਤਮਾ ਦੇ ਚਰਨਾਂ ਵਿੱਚ, ਰੱਬ ਜੀ ਮੇਰੇ ਵਿੱਚ ਕੋਈ ਤਾਕਤ ਨਹੀਂ ਹੈ ਕਿ ਮੈਂ ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਸਕਾਂ, ਤੁਸੀਂ ਕਿਰਪਾ ਕਰੋ, ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿਓ। ਤੇ ਜਦੋਂ ਅਰਦਾਸ ਪਰਮਾਤਮਾ ਪ੍ਰਵਾਨ ਕਰਦਾ ਹੈ ਨਾ, ਫਿਰ ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ। ਕਹਿਣ ਲੱਗੇ, ਅਨਲ ਬੇੜਾ ਹਉ ਖੇਵ ਨਾ ਸਾਕੋਂ, ਤੇਰਾ ਪਾਰ ਨਾ ਪਾਇਆ ਬੀਠਲਾ। ਉਹ ਦਿਆਲ ਸਤਿਗੁਰ ਮੇਲ ਤੂੰ ਮੋਕੋ, ਪਾਰ ਉਤਾਰੇ ਕੇਸਵਾ। ਮੈਨੂੰ ਸਤਿਗੁਰੂ ਮਿਲਾ ਤੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ। ਨਾਮਾ ਕਹਿ ਹਉ ਤਰ ਪੇ ਨਾ ਜਾਨੋ, ਮੋਕੋ ਬਾਂਹ ਦੇ ਬੀਠਲਾ। ਮੈਨੂੰ ਆਪਣੀ ਬਾਂਹ ਪਕੜਾ ਦੇ ਤੇ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ। ਕਿਉਂਕਿ ਸੰਸਾਰ ਸਮੁੰਦਰ ਵਿੱਚ ਵਿਕਾਰਾਂ ਦੀਆਂ ਲਹਿਰਾਂ ਤੇ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ। ਇਸ ਅੱਗ ਦੇ ਸਮੁੰਦਰ ਵਿੱਚੋਂ ਪਾਰ ਹੋਣਾ ਜੀਵ ਵਾਸਤੇ ਬੜਾ ਔਖਾ ਹੈ। ਇਹ ਤੇ ਗੁਰੂ ਕਿਰਪਾ ਕਰੇ। ਜਿਨ੍ਹਾਂ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ, ਉਹ ਫਿਰ ਜੰਮਦੇ ਮਰਦੇ ਰਹਿੰਦੇ ਨੇ। ਉਹ ਫਿਰ ਜੂਨਾਂ ਵਿੱਚ ਪੈ ਜਾਂਦੇ ਨੇ, 84 ਲੱਖ ਦੇ ਗੇੜ ਵਿੱਚ ਪੈ ਜਾਂਦੇ ਨੇ। ਇਹ ਤਾਂ ਇੱਕੋ ਇੱਕ ਇੱਥੇ ਮੌਕਾ ਮਿਲਿਆ ਸੀ ਮਨੁੱਖ ਨੂੰ ਕਿ ਤੂੰ ਆਜ਼ਾਦ ਹੋ ਸਕਦਾ। ਇਸ ਜਨਮ ਦੇ ਵਿੱਚ ਇਹ ਇਹਨਾਂ ਵੀ ਨਹੀਂ ਕਿਹਾ ਵੀ ਤੂੰ ਕੇਵਲ ਨਾਮ ਹੀ ਜਪੀ ਜਾਣਾ। ਜਦੋਂ ਆਪਾਂ ਬਾਣੀ ਪੜ੍ਹੀਏ, ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ, ਕੰਮਕਾਰ ਕਰਦਿਆਂ ਉਹਨੂੰ ਯਾਦ ਰੱਖਣਾ ਹੈ। ਸਵੇਰੇ ਸ਼ਾਮ ਦਾ ਨਿਤਨੇਮ ਸਾਨੂੰ ਦਿੱਤਾ ਗਿਆ, ਰਹਿਤ ਮਰਿਆਦਾ ਅਨੁਸਾਰ ਉਹਦੇ ਵਿੱਚ ਪਰਪੱਕ ਰਹਿਣਾ। ਔਰ ਹਰ ਸਮੇਂ ਦਿਨ ਦੇ ਵਿੱਚ ਪਰਮਾਤਮਾ ਨੂੰ ਯਾਦ ਰੱਖਣਾ ਹੈ, ਉਹਦੀ ਯਾਦ ਤੋਂ ਨਹੀਂ ਖੁੰਝਣਾ। ਅਤੇ ਜਿਹੜਾ ਯਾਦ ਰੱਖਦਾ ਹੈ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਅਤੇ ਜਿਹਨੇ ਸਾਂਝ ਹੀ ਨਹੀਂ ਪਾਈ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ, ਪਰਮਾਤਮਾ ਦੇ ਨਾਮ ਨਾਲ ਸਾਂਝ ਹੀ ਨਹੀਂ ਪਾਈ, ਜਿਹੜਾ ਗੁਰੂ ਦੀ ਸ਼ਰਨ ਵਿੱਚ ਹੀ ਨਹੀਂ ਆਇਆ, ਉਹਨੂੰ ਕੀ ਕਵਾਂਗੇ? ਮਨਮੁਖੀ ਕਵਾਂਗੇ ਨਾ, ਉਹਨੂੰ ਬੇਮੁਖੀ ਕਵਾਂਗੇ। ਅਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਉਹ ਹੈ ਗੁਰਮੁਖ, ਜਿਹੜਾ ਗੁਰੂ ਦੇ ਅਨੁਸਾਰੀ ਹੋ ਕੇ ਜੀਵਨ ਜੀ ਰਿਹਾ। ਅਤੇ ਜਿਹੜਾ ਬੇਮੁਖ ਹੈ ਉਹਦੇ ਬਾਰੇ ਭਾਈ ਗੁਰਦਾਸ ਜੀ ਨੇ ਕੁਝ ਪਾਪੀਆਂ ਦਾ ਜ਼ਿਕਰ ਕਰਕੇ ਆਖਿਆ ਵੀ ਬੇਮੁਖ ਸਾਰੇ ਪਾਪੀਆਂ ਨਾਲੋਂ ਵੱਡਾ ਪਾਪੀ ਹੈ।
ਬ੍ਰਾਹਮਣ ਗਾਈ ਵੰਸ ਘਾਤ ਅਪਰਾਧ ਕਮ ਕਰਾਰੇ, ਪੀ ਮਦ ਜੂਆ ਖੇਲ ਦੇ ਜੋਹਣ ਪਰ ਨਾਰੇ, ਮੋਹਨ ਪਰਾਈ ਲਛਮੀ ਠੱਗ ਚੋਰ ਠਗਾਰੇ, ਲੱਖ ਕਰੋੜੀ ਜੋੜੀਅਨ ਅਣਗਿਣਤ ਅਪਾਰੇ, ਇਕਤ ਲੂਏ ਨਾ ਪੁੱਜਨੀ ਬੇਮੁਖ ਗੁਰਦੁਆਰੇ। ਜਿਹੜਾ ਗੁਰੂ ਵੱਲੋਂ ਬੇਮੁਖ ਹੈ ਉਹਦੇ ਇੱਕ ਰੋਮ ਦੇ ਇੱਕ ਲੂੰ ਦੇ ਬਰਾਬਰ ਨਹੀਂ ਸਾਰੇ ਪਾਪੀ, ਭਾਵ ਉਹ ਉਹਨਾਂ ਸਾਰੇ ਪਾਪੀਆਂ ਨਾਲੋਂ ਵੱਡਾ ਪਾਪੀ ਹੈ। ਇਸ ਵਾਸਤੇ ਅਸੀਂ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਗੁਰੂ ਜਪਦਿਆਂ ਜੀਵਨ ਬਸਰ ਕਰਨਾ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਏ ਨਾ ਮੇਟੇ ਦਾਤ। ਗੁਰੂ ਦਾ ਦਿੱਤਾ ਹੋਇਆ ਕੋਈ ਮਿਟਾ ਨਹੀਂ ਦੇ ਸਕਦਾ। ਬੰਦਾ ਬੰਦੇ ਨੂੰ ਦੇ ਕੇ ਲਾਂਭਾ ਦੇ ਸਕਦਾ ਹੈ, ਮਿਹਣਾ ਮਾਰ ਸਕਦਾ ਹੈ, ਤੂੰ ਮੇਰੇ ਕੰਮ ਨਹੀਂ ਆਇਆ, ਮੈਂ ਤੇਰੀ ਮਦਦ ਕੀਤੀ ਸੀ, ਪਰ ਗੁਰੂ ਦਾ ਦਿੱਤਾ ਹੋਇਆ ਕੋਈ ਖੋਹ ਨਹੀਂ ਸਕਦਾ, ਕੋਈ ਮਿਟਾ ਨਹੀਂ ਸਕਦਾ। ਜੇ ਚਾਹੁੰਦੇ ਆ ਕਿ ਵਿਕਾਰਾਂ ਤੋਂ ਆਜ਼ਾਦ ਹੋਈਏ ਤੇ ਫਿਰ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਜਪਣਾ ਪਏਗਾ, ਨਹੀਂ ਤਾਂ ਫਿਰ ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਇਹ ਦਿਨ ਰਾਤ ਜਾਲ ਦਾ ਕੰਮ ਕਰ ਰਹੇ ਨੇ। ਜੀਵਨ ਦੀਆਂ ਜਿਹੜੀਆਂ ਘੜੀਆਂ ਨੇ ਉਹ ਸਾਰੀਆਂ ਫਾਹੀਆਂ ਬਣ ਕੇ ਫਸਾਉਣ ਦਾ ਕੰਮ ਕਰੀ ਜਾ ਰਹੀਆਂ ਨੇ। ਰਸ ਰਸ ਚੋਗ ਚੁਗੈ ਨਿਤ ਫਾਸੇ, ਛੂਟ ਸਮੂੜੇ ਕਮਨ ਗੁਣੀ। ਕਹਿੰਦੇ ਗੁਣ ਤਾਂ ਤੇਰੇ ਜੀਵਨ ਵਿੱਚੋਂ ਮੁੱਕਦੇ ਜਾ ਰਹੇ ਨੇ, ਤੂੰ ਵਿਕਾਰਾਂ ਦੀ ਚੋਗ ਚੁਗਦਾ ਹੋਇਆ ਹੋਰ ਵਿਕਾਰਾਂ ਵਿੱਚ ਫਸਦਾ ਜਾ ਰਿਹਾ ਹੈ, ਤੇ ਕਿਹਦਾ ਕਰਕੇ ਛੁੱਟੇਗਾ? ਉਹ ਚੰਗੇ ਗੁਣ ਤੇ ਤੇਰੇ ਪੱਲੇ ਨਹੀਂ ਹੈ, ਫਿਰ ਛੁੱਟੇਗਾ ਕਿੱਦਾਂ ਉਸ ਜਾਲ ਦੇ ਵਿੱਚੋਂ? ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤੇ ਤਲਾਗ ਰਹੀ। ਕਾਇਆ ਮਨ ਨੂੰ ਲੁਹਾਰ ਦੀ ਭੱਠੀ ਹੈ, ਮਨ ਇਹਦੇ ਵਿੱਚ ਪਿਆ ਹੋਇਆ ਲੋਹਾ ਹੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਅੱਗ ਇਹਦੇ ਉੱਤੇ ਪਈ ਹੋਈ ਹੈ, ਇਹਨੂੰ ਸਾੜ ਰਹੀ ਹੈ ਮਨ ਲੋਹੇ ਨੂੰ। ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਭਾਈ। ਜਿਹੜੇ ਪਾਪ ਨੇ, ਪਾਪਾਂ ਦੇ ਕੋਇਲੇ ਨੇ ਇਸ ਅਗਨੀ ਨੂੰ ਹੋਰ ਤੇਜ਼ ਕਰਨ ਵਾਸਤੇ ਮਨ ਉਹਦੇ ਵਿੱਚ ਸੜ ਰਿਹਾ ਹੈ। ਤੇ ਕਹਿੰਦੇ ਫਿਰ ਬਚੇ ਕਿੱਦਾਂ? ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੇ, ਤੋ ਨਾਨਕ ਤ੍ਰਿਸ਼ਟ ਸਦੇਹਾ। ਕਹਿੰਦੇ ਇਹ ਸੜ ਗਿਆ ਲੋਹਾ ਬਣ ਚੁੱਕਿਆ ਜਿਹੜਾ ਮਨ ਹੈ, ਇਹ ਫੇਰ ਕੰਚਨ ਹੋ ਸਕਦਾ ਹੈ, ਇਹ ਸੋਨਾ ਬਣ ਸਕਦਾ ਹੈ। ਜਦੋਂ ਕਿ ਅਸਲੀਅਤ ਇਹ ਹੈ, ਜਿਹੜਾ ਲੋਹਾ ਗਲ ਚੁੱਕਿਆ ਹੋਵੇ, ਠੀਕ ਹੈ ਪਾਰਸ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ, ਪਰ ਉਸ ਕੱਚ ਵਿੱਚ ਮਨੂਰ ਨੂੰ ਪਾਰਸ ਸੋਨਾ ਨਹੀਂ ਬਣਾ ਸਕਦਾ, ਉਹਦੇ ਵਿੱਚ ਸਮਰੱਥਾ ਨਹੀਂ। ਗੁਰੂ ਐਸਾ ਪਾਰਸ ਹੈ, ਜੇ ਵਿਕਾਰਾਂ ਵਿੱਚ ਮਨੁੱਖ ਗਲ ਸੜ ਚੁੱਕਿਆ ਹੋਵੇ ਤੇ ਗੁਰੂ ਦੀ ਛੋਹ ਪ੍ਰਾਪਤ ਹੋ ਜਾਵੇ, ਗੁਰੂ ਦੇ ਚਰਨ ਸ਼ਰਨ ਵਿੱਚ ਆ ਜਾਵੇ, ਗੁਰੂ ਵਿਕਾਰਾਂ ਵਿੱਚ ਗਲ ਸੜ ਚੁੱਕੇ ਨੂੰ ਵੀ ਸੋਨਾ ਬਣਾ ਦਿੰਦਾ ਹੈ, ਉਹਦਾ ਜੀਵਨ ਸੁੱਧ ਬਣਾ ਦਿੰਦਾ ਹੈ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ। ਜੇ ਐਸਾ ਪੂਰਾ ਸਮਰੱਥਾ ਵਾਲਾ ਗੁਰੂ ਮਿਲ ਜਾਵੇ, ਉਹ ਫਿਰ ਨਾਮ ਅੰਮ੍ਰਿਤ ਦਿੰਦਾ ਹੈ, ਤੇ ਫਿਰ ਇਹ ਜਿਹੜੀ ਦੇਹੀ ਹੈ ਨਾ, ਇਹ ਟਿਕ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਇਸ ਵਾਸਤੇ ਭਾਈ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਏ ਨਾ ਮੇਟੇ ਦਾਤ। ਗੁਰੂ ਦੇ ਦਿੱਤੇ ਹੋਏ ਨੂੰ ਕੋਈ ਮਿਟਾ ਨਹੀਂ ਜੇ ਸਕਦਾ, ਗੁਰੂ ਦੇ ਦਿੱਤੇ ਹੋਏ ਨੂੰ ਕੋਈ ਮਿਟਾ ਨਹੀਂ ਸਕਦਾ। ਗੁਰੂ ਸਾਹਿਬ ਜੀ ਅੱਗੇ ਫਿਰ ਆਰੰਭ ਦੇ ਵਿੱਚ ਫਰਮਾਉਂਦੇ ਹਨ, ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹ ਮਨੂਰ। ਜਿਹੜਾ ਨਾਮ ਨਹੀਂ ਜਪਦਾ ਨਾ, ਉਹਦਾ ਸਰੀਰ ਜਿਹੜਾ ਹੈ ਉਹ ਵਿਕਾਰਾਂ ਵਿੱਚ ਸੜ ਕੇ ਮਿੱਟੀ ਹੋ ਜਾਂਦਾ ਹੈ, ਭਾਵ ਰੁੱਲ ਜਾਂਦਾ ਹੈ। ਤੇ ਜਿਹੜਾ ਮਨ ਹੈ ਉਹ ਮਾਇਆ ਦੇ ਮੋਹ ਵਿੱਚ ਸੜ ਕੇ ਮਨੂਰ ਬਣ ਜਾਂਦਾ ਹੈ, ਗਲ ਸੜ ਜਾਂਦਾ ਹੈ।
ਤੇ ਫਿਰ ਅੱਗੇ ਆਖਦੇ ਸਾਹਿਬ ਜੀ, ਔਗਣ ਫਿਰ ਲਾਗੂ ਭਏ, ਕੂਰ ਵਜਾਵੇ ਤੂਰ। ਕਹਿੰਦੇ ਵਿਕਾਰ ਫਿਰ ਵੀ ਇਹਦਾ ਪਿੱਛਾ ਨਹੀਂ ਛੱਡਦੇ, ਫਿਰ ਵੀ ਖਲਾਸੀ ਨਹੀਂ ਕਰਦੇ ਇਹਦੀ। ਤੇ ਉਸ ਸਮੇਂ ਵੀ ਮਨੁੱਖ ਕੂੜ ਦੇ ਵਿੱਚ ਮਸਤ ਹੋ ਕੇ ਮਾਇਆ ਦੇ ਮੋਹ ਦਾ ਵਾਜਾ ਹੀ ਵਜਾਉਂਦਾ ਹੈ। ਅਜੇ ਵੀ ਮਾਇਆ ਦਾ ਮੋਹ ਇਹਦੇ ਤੋਂ ਛੁੱਟਿਆ ਨਹੀਂ ਹੈ। ਸਰੀਰ ਜਿਹੜਾ ਕਮਜ਼ੋਰ ਹੋ ਗਿਆ, ਵਡੇਪੇ ਨੇ ਜਿੱਤ ਲਿਆ, ਪਰ ਅਜੇ ਵੀ ਮਾਇਆ ਦਾ ਮੋਹ ਪ੍ਰਬਲ ਹੈ। ਇਹ ਜਿਹੜੀ ਮਾਇਆ ਹੈ ਮਨੁੱਖ ਸਾਰੀ ਉਮਰ ਜੋੜਦਾ ਰਹਿੰਦਾ ਹੈ, ਪਰ ਇਹਦੇ ਨਾਲ ਨਹੀਂ ਜਾਂਦੀ। ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਮਦ ਮਾਖੀ ਸੀਂਚ ਸੀਂਚ ਕੇ ਇਕੱਤਰ ਕਰੇ, ਹਰੇ ਮਧੂ ਆਏ ਤਾਂ ਕਿ ਮੁੱਖ ਛਾਰ ਡਾਰ ਕੇ। ਮਧੂ ਮੱਖੀ ਫੁੱਲਾਂ 'ਤੇ ਬਹਿ ਬਹਿ ਕੇ ਸ਼ਹਿਦ ਇਕੱਠਾ ਕਰਦੀ ਹੈ, ਛੱਜੇ ਵਿੱਚ ਇਕੱਤਰ ਕਰਦੀ ਹੈ। ਮਨੁੱਖ ਆਉਂਦਾ ਇਹਦੇ ਅੱਖੀਂ ਘੱਟਾ ਪਾ ਕੇ, ਮੁੱਖ ਛਾਰ ਡਾਰ ਕੇ, ਇਹਨੂੰ ਧੋਖਾ ਦੇ ਕੇ ਸਾਰਾ ਸ਼ਹਿਦ ਲੈ ਜਾਂਦਾ ਹੈ। ਜੈਸੇ ਬਛ ਹੇਤ ਗਊ ਸੰਚਿਤ ਹੈ ਖੀਰ, ਤਾਹੇ ਲੇਤ ਹੈ ਹੀਰ ਦੋਹੇ ਬਛੜਾ ਬਿਡਾਰ ਕੇ। ਗਊ ਆਪਣੇ ਪੁੱਤਰ ਵਾਸਤੇ, ਬਛੜੇ ਵਾਸਤੇ ਆਪਣੇ ਥਣਾਂ ਵਿੱਚ ਦੁੱਧ ਇਕੱਤਰ ਕਰਦੀ ਹੈ, ਪਰ ਮਾਲਕ ਕੀ ਕਰਦਾ ਹੈ, ਥੋੜ੍ਹਾ ਜਿਹਾ ਵੱਛੇ ਨੂੰ ਪਿਲਾਉਂਦਾ ਹੈ, ਰੱਸੇ ਤੋਂ ਖਿੱਚ ਕੇ ਉਹਨੂੰ ਦੂਰ ਬੰਨ੍ਹ ਦਿੰਦਾ ਹੈ ਤੇ ਸਾਰਾ ਦੁੱਧ ਆਪਣਾ ਬਰਤਨ ਲੈ ਕੇ ਉਹਦੇ ਵਿੱਚ ਨਿਕਾਲ ਲੈਂਦਾ ਹੈ। ਜੈਸੇ ਧਰ ਖੋਦ ਖੋਦ ਕਰ ਬਿਲ ਸਾਜੇ ਮੂਸਾ, ਪੈਸਤ ਸਰਪ ਧਾਏ ਖਾਏ ਤਾਹੇ ਮਾਰ ਕੇ। ਚੂਹਾ ਖੁੱਡ ਕੱਢਦਾ ਹੈ, ਬਿੱਲ ਬਣਾਉਂਦਾ ਹੈ, ਉਹਦੇ ਵਿੱਚ ਸੱਪ ਵੜ ਜਾਂਦਾ ਹੈ, ਉਹ ਚੂਹੇ ਨੂੰ ਮਾਰ ਕੇ ਖਾ ਜਾਂਦਾ ਹੈ ਤੇ ਉਸ ਖੁੱਡ ਦੇ ਵਿੱਚ ਕਬਜ਼ਾ ਕਰ ਲੈਂਦਾ ਹੈ। ਉਹਨੇ ਖੁੱਡ ਬਣਾਈ, ਉਹਨੂੰ ਰਹਿਣਾ ਨਾ ਮਿਲਿਆ। ਗਊ ਨੇ ਪੁੱਤਰ ਵਾਸਤੇ ਦੁੱਧ ਇਕੱਤਰ ਕੀਤਾ, ਪਰ ਪੁੱਤਰ ਨੂੰ ਸਹੀ ਤਰੀਕੇ ਨਾਲ ਮਿਲਿਆ ਨਾ। ਮਧੂ ਮੱਖੀ ਨੇ ਸ਼ਹਿਦ ਇਕੱਤਰ ਕੀਤਾ ਤੇ ਉਹਨੂੰ ਮਨੁੱਖ ਧੋਖੇ ਦੇ ਨਾਲ ਲੈ ਗਿਆ। ਤੈਸੇ ਕੋਟ ਪਾਪ ਕਰ ਮਾਇਆ ਜੋਰ ਜੋਰ ਮੂਰ, ਅੰਤ ਕਾਲ ਛਾੜ ਚੱਲੇ ਦੋਨੋਂ ਕਰ ਝਾਰ ਕੇ। ਇੱਦਾਂ ਕਹਿੰਦੇ ਮਨੁੱਖ ਪਾਪ ਕਰ ਕਰਕੇ ਮਾਇਆ ਇਕੱਤਰ ਕਰਦੇ ਨੇ, ਪਰ ਅੰਤ ਵੇਲੇ ਦੋਵੇਂ ਹੱਥ ਝਾੜ ਕੇ ਸੰਸਾਰ ਤੋਂ ਤੁਰ ਪੈਂਦੇ ਤੇ ਮਾਇਆ ਇੱਥੇ ਰਹਿ ਜਾਂਦੀ ਹੈ। ਜੇ ਮਾਇਆ ਨਾਲ ਜਾਂਦੀ ਹੁੰਦੀ ਨਾ ਤੇ ਕਾਰੂ ਪਾਤਸ਼ਾਹ ਦੇ ਨਾਲ ਚਲੇ ਜਾਂਦੀ, ਦੁਨੀ ਚੰਦ ਦੇ ਨਾਲ ਚਲੇ ਜਾਂਦੀ। ਗੁਰੂ ਨੇ ਸਮਝਾਇਆ ਕਿ ਇਹ ਸੂਈ ਅੱਗੇ ਅਸੀਂ ਲਵਾਂਗੇ, ਕਹਿੰਦਾ ਨਾਲ ਨਹੀਂ ਜਾਣੀ। ਕਹਿੰਦੇ ਫਿਰ ਮਾਇਆ ਕਿੱਦਾਂ ਲੈ ਕੇ ਜਾਏਗਾ? ਜੇ ਜਾਂਦੀ ਹੁੰਦੀ, ਸਿਕੰਦਰ ਬਾਦਸ਼ਾਹ ਨੇ ਜਦੋਂ ਤਰਲਾ ਪਾਇਆ ਸੀ, ਮਾਇਆ ਸਾਰੇ ਸਾਥ ਛੱਡ ਕੇ ਮੈਂ ਤੇਰੇ ਨਾਲ ਬੜਾ ਪਿਆਰ ਕੀਤਾ, ਤੂੰ ਮੇਰਾ ਸਾਥ ਦੇ, ਤੇ ਮਾਇਆ ਜ਼ਰੂਰ ਉਹਦਾ ਸਾਥ ਦਿੰਦੀ। ਪਰ ਮਾਇਆ ਜਿਹੜੀ ਹੈ ਇਹ ਮਨੁੱਖ ਦੇ ਨਾਲ ਨਹੀਂ ਜਾਂਦੀ। ਇਹ ਤੇ ਗੁਜਰਾਨ ਹੈ, ਇੱਥੇ ਵਰਤਣ ਵਾਸਤੇ, ਗੁਜ਼ਾਰਾ ਕਰਨ ਵਾਸਤੇ, ਤੇ ਹਰ ਇੱਕ ਦੇ ਕੋਲ ਹੋਣੀ ਚਾਹੀਦੀ ਹੈ। ਗੁਜ਼ਾਰੇ ਜੋਗੀ ਮਾਇਆ ਰੱਬ ਸਾਰਿਆਂ ਨੂੰ ਦਵੇ। ਇਹਦੀ ਮਮਤਾ ਤੋਂ, ਇਹਦੇ ਮੋਹ ਤੋਂ ਬਚਣਾ ਹੈ। ਮਾਇਆ ਤੋਂ ਬਿਨਾਂ ਸੰਸਾਰ ਦੇ ਵਿੱਚ ਗੱਡੀ ਨਹੀਂ ਚੱਲਦੀ। ਬੱਸ ਕੰਡਕਟਰ ਹੀ ਵਿਸਲ ਦੇ ਕੇ ਬੱਸ 'ਚੋਂ ਤਾਰ ਦਿੰਦਾ ਹੈ, ਕਹਿੰਦਾ ਇਹਨੇ ਟਿਕਟ ਨਹੀਂ ਲਈ, ਇਹਨੂੰ ਇੱਥੇ ਤਾਰ ਦਿਓ। ਤੁਸੀਂ ਗੁਰਦੁਆਰਾ ਬੰਗਲਾ ਸਾਹਿਬ ਆਓ, ਕਹੋ ਵੀ ਮੈਨੂੰ ਪ੍ਰਸ਼ਾਦ ਦੇ ਦਿਓ, ਮੈਂ ਚੜਾਉਣਾ ਵਾ, ਤੇ ਜਿਹੜਾ ਸੇਵਾਦਾਰ ਕਹੇਗਾ ਵੀ ਉਹ ਕਲਰਕ ਬੈਠਾ ਉਹਦੇ ਤੋਂ ਪਰਚੀ ਲੈ ਕੇ ਆ, ਤੇ ਜਦੋਂ ਪਰਚੀ ਮੰਗੋਗੇ ਉਹਨੇ ਕਹਿਣਾ ਵੀ ਲਿਆਓ ਕਿੰਨੇ ਦੀ ਪਰਚੀ ਕੱਟਣੀ ਹੈ, ਕਿੰਨੀ ਮਾਇਆ ਦੇ ਰਹੇ ਹੋ। ਸੋ ਬੜੇ ਵੱਡੇ ਧਾਰਮਿਕ ਕਾਰਜ ਨੇ ਜਿਹੜੇ ਮਾਇਆ ਦੇ ਨਾਲ ਹੁੰਦੇ ਨੇ। ਅੱਜ ਜਿੱਦਾਂ ਭਾਈ ਰਣਜੀਤ ਸਿੰਘ ਜੀ ਦੱਸ ਰਹੇ ਸਨ ਸਿੰਘ ਸਾਹਿਬ ਵੀ ਇਹ ਨਵਾਂ ਕਲੀਨ ਲੱਗ ਰਿਹਾ ਹੈ, ਮੈਟ ਵਿਛ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ। ਇਹ ਵੀ ਤਾਂ ਕਿਸੇ ਨੇ ਮਾਇਆ ਨਾਲ ਹੀ ਸੇਵਾ ਕੀਤੀ ਹੈ। ਸਤਿਗੁਰੂ ਕਮਾਈ ਵਿੱਚ ਬਰਕਤਾਂ ਪਾਉਣ, ਬੜੀਆਂ ਸੇਵਾਵਾਂ ਕਰਵਾਉਂਦੇ ਨੇ, ਤੰਦਰੁਸਤੀ ਬਖਸ਼ਣ ਮਹਾਰਾਜ। ਗੁਰੂ ਸਾਹਿਬ ਜੀ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਗੁਰੂ ਸਾਹਿਬ ਜੀ ਕਹਿੰਦੇ ਮਨ ਮਾਇਆ ਮੋਹ ਮਨੂਰ, ਕਹਿੰਦੇ ਜਿਹੜਾ ਮਨ ਹੈ ਮਾਇਆ ਦੇ ਮੋਹ ਵਿੱਚ ਗਲ ਸੜ ਜਾਂਦਾ ਹੈ। ਔਗਣ ਫਿਰ ਲਾਗੂ ਭਏ,
ਕੂੜ ਵਜਾਵੇ ਤੂਰ, ਵਿਕਾਰ ਫਿਰ ਵੀ ਪਿਛਾ ਨਹੀਂ ਛੱਡਦੇ। ਕੂੜ ਵਿੱਚ ਮਸਤ ਹੋ ਕੇ ਮਾਇਆ ਦੇ ਵਾਜੇ ਵਜਾਉਂਦਾ, ਬਿਨ ਸ਼ਬਦੇ ਭਰਮਾਈਐ ਦੁਬਦਾ ਡੋਬੇ ਪੂਰ। ਕਹਿੰਦੇ ਗੁਰੂ ਸ਼ਬਦ ਦੇ ਨਾਲ ਜੁੜਨ ਤੋਂ ਬਿਨਾਂ ਭਟਕਣਾ ਵਿੱਚ ਹੀ ਪਿਆ ਰਹਿੰਦਾ ਏ। ਜਿਹੜੀ ਦੁਬਦਾ ਹੈ ਨਾ, ਜਿਹੜੀ ਮੇਰ ਤੇਰ, ਇਹਦਾ ਸਾਰਾ ਪਰਿਵਾਰ ਸੰਸਾਰ ਸਮੁੰਦਰ ਵਿੱਚ ਡੋਬ ਦਿੰਦੀ, ਵਿਕਾਰਾਂ ਦੇ ਸਮੁੰਦਰ ਵਿੱਚ ਡੋਬ ਦਿੰਦੀ। ਇਹ ਜਿਹੜੀ ਮੇਰ ਤੇਰ ਹੈ, ਜਿਹੜੀ ਦੁਬਦਾ ਹੈ, ਐਸਾ ਕੋਈ ਜੇ ਦੁਬਦਾ ਮਾਰ ਗਵਾਵੇ, ਇਸੇ ਮਾਰ ਰਾਜ ਜੋਗ ਕਮਾਵੇ। ਕੋਈ ਵਿਰਲਾ ਹੀ ਹੈ ਜਿਹੜਾ ਦੁਬਦਾ ਨੂੰ ਮਾਰਦਾ ਅਤੇ ਇਸ ਦੁਬਦਾ ਨੂੰ ਮਾਰ ਕੇ ਰਾਜ ਜੋਗ ਕਮਾਉਂਦਾ ਹੈ। ਭਾਵ ਰਾਜ ਭਾਗ ਦਾ ਮਾਲਕ ਹੁੰਦਾ ਹੋਇਆ ਵੀ ਉਹ ਪਰਮਾਤਮਾ ਦੇ ਨਾਲ ਜੁੜਦਾ, ਉਹ ਕੰਮ ਕਾਰ ਕਰਦਾ ਹੋਇਆ ਵੀ ਉਹਦੀ ਸੁਰਤ ਪ੍ਰਭੂ ਨਾਲ ਜੁੜੀ ਹੁੰਦੀ ਹੈ। ਅੱਗੇ ਫਿਰ ਸਤਿਗੁਰੂ ਜੀ ਆਖਦੇ ਨੇ, ਮਨ ਰੇ ਸ਼ਬਦ ਤਰੋ ਚਿਤ ਲਾਏ, ਜਿਨ ਗੁਰਮੁਖ ਨਾਮ ਨਾ ਬੂਝਿਆ, ਮਰ ਜਨਮੈ ਆਵੇ ਜਾਏ। ਰਹਾਉ, ਸ਼ਬਦ ਦੇ ਵਿੱਚ ਚਿੱਤ ਜੋੜ ਕੇ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਪਾਰ ਲੰਘ। ਹੇ ਮੇਰੇ ਮਨ, ਤੈਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਜਿਨ੍ਹਾਂ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਦੇ ਨਾਲ ਸਾਂਝ ਨਹੀਂ ਪਾਈ, ਉਹ ਜੰਮਦੇ ਮਰਦੇ ਰਹਿੰਦੇ ਨੇ। ਤਨ ਸੂਚਾ ਸੋ ਆਖੀਐ, ਜਿਸ ਮੈਂ ਸਾਚਾ ਨਾਉ। ਜਿਸ ਸਰੀਰ ਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਭਾਵ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ, ਉਸ ਸਰੀਰ ਨੂੰ ਹੀ ਪਵਿੱਤਰ ਆਖਿਆ ਜਾ ਸਕਦਾ ਹੈ। ਉਹੀ ਸਰੀਰ ਪਵਿੱਤਰ ਅਖਵਾ ਸਕਦਾ ਹੈ। ਫਿਰ ਅੱਗੇ ਸਾਹਿਬ ਜੀ ਨੇ ਆਖਿਆ, ਭੈ ਸੱਚ ਰਾਤੀ ਦੇਹੁਰੀ, ਜੇਵਾ ਸੱਚ ਸਵਾਉ। ਜਿਹੜਾ ਸਰੀਰ ਪਰਮਾਤਮਾ ਦੀ ਯਾਦ ਵਿੱਚ, ਪ੍ਰਭੂ ਦੇ ਅਦਬ ਦੇ ਵਿੱਚ ਰੰਗਿਆ ਹੋਇਆ, ਜਿਹੜੀ ਜੇਵਾ ਨੂੰ ਪਰਮਾਤਮਾ ਦਾ ਸਿਮਰਨ ਹੀ ਆਪਣੀ ਹਸਤੀ ਦਾ ਅਸਲ ਮਨੋਰਥ ਜਾਪਦਾ ਹੈ, ਜੇਵਾ ਸਿਮਰਨ ਵਿੱਚ ਗਿੱਝ ਗਈ ਹੈ, ਜਿਹਦੀ ਜੇਵਾ ਸਿਮਰਨ ਵਿੱਚ ਗਿੱਝ ਗਈ ਨਾ, ਉਹਨੂੰ ਫਿਰ ਇਹ ਗੱਲ ਗੁਰਬਾਣੀ ਦੀ ਨਹੀਂ ਸਮਝਾਉਣੀ ਪੈਂਦੀ ਵੀ ਇਹ ਰਸਨਾ ਤੂੰ ਅਨ ਰਸ ਰਾਚ ਰਹੀ। ਸਾਡੀ ਸੰਸਾਰੀਆਂ ਦੀ ਜੇਬਾ ਅਨ ਰਸਾਂ ਦੇ ਵਿੱਚ ਲੱਗ ਜਾਂਦੀ ਹੈ, ਅਤੇ ਗੁਰੂ ਸਾਹਿਬ ਜੀ ਨੇ ਸਮਝਾਉਣ ਵਾਸਤੇ ਉਪਦੇਸ਼ ਦਿੱਤਾ ਹੈ। ਪਰ ਕਿਤੇ ਨਾ ਕਿਤੇ ਐਸੀ ਅਵਸਥਾ ਆਉਂਦੀ ਹੈ, ਜੀਵ ਅਨ ਰਸਾਂ ਨੂੰ ਤਿਆਗ ਦਿੰਦੀ ਹੈ, ਉਹਨੂੰ ਨਾਮ ਸਿਮਰਨੀ ਆਪਣੀ ਹਸਤੀ ਦਾ ਅਸਲ ਮਨੋਰਥ ਜਾਪਦਾ ਹੈ। ਸੱਚੀ ਨਦਰ ਨਿਹਾਲੀਐ, ਬੌੜ ਨ ਪਾਵੇ ਤਾਉ। ਜਿਹਦੇ ਉੱਤੇ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ, ਉਹ ਫਿਰ 84 ਲੱਖ ਜੂਨ ਦੀ ਕੋਠਾਲੀ ਵਿੱਚ ਪੈ ਕੇ ਬਾਰ-ਬਾਰ ਸੇਕ ਨਹੀਂ ਸਹਾਰਦਾ, ਉਹ ਤਾਉ ਨਹੀਂ ਸਹਾਰਦਾ, ਭਾਵ ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ। ਉਹ ਫਿਰ ਬਾਰ-ਬਾਰ ਜੂਨਾਂ ਵਿੱਚ ਨਹੀਂ ਆਉਂਦਾ, ਉਹਦਾ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ। ਕਹਿੰਦੇ ਉਹਨੂੰ ਇਹ ਯਕੀਨ ਹੋ ਜਾਂਦਾ ਹੈ, ਸਮਝ ਆ ਜਾਂਦੀ ਹੈ ਕਿ ਸੂਖਸ਼ਮ ਤੱਤ ਜਿਹੜਾ ਪਵਨ ਹੈ, ਜਿਹਨੂੰ ਆਪਾਂ ਪੌਣ ਵੀ ਕਹਿੰਦੇ, ਹਵਾ ਵੀ ਕਹਿੰਦੇ ਹਾਂ, ਇਹ ਪਰਮਾਤਮਾ ਤੋਂ ਹੀ ਪੈਦਾ ਹੋਇਆ ਹੈ। ਅਤੇ ਇਸ ਪਵਨ ਤੋਂ ਫਿਰ ਜਲ ਹੋਂਦ ਵਿੱਚ ਆਇਆ ਹੈ। ਜਲ ਤੇ ਤਿਰ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਅਤੇ ਫਿਰ ਜਲ ਤੋਂ ਤਿਰ ਭਵਨ ਸਾਰਾ ਜਗਤ ਰਚਿਆ ਗਿਆ, ਅਤੇ ਜਿਹੜਾ ਜਗਤ ਰਚਿਆ ਗਿਆ, ਰਚੇ ਹੋਏ ਜਗਤ ਦੇ ਹਰੇਕ ਘਟ ਦੇ ਵਿੱਚ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਉਹ ਪਰਮਾਤਮਾ ਹਰ ਇੱਕ ਹਿਰਦੇ ਵਿੱਚ ਵਸਦਾ, ਉਹਦੀ ਜੋਤ ਹਰ ਹਿਰਦੇ ਵਿੱਚ ਸਮਾਈ ਹੋਈ ਹੈ। ਨਿਰਮਲ ਮੈਲਾ ਨਾ ਥੀਐ, ਸ਼ਬਦ ਰਤੇ ਪਤ ਹੋਏ। ਜਿਹੜਾ ਸ਼ਬਦ ਦੇ ਵਿੱਚ ਰੰਗਿਆ ਗਿਆ ਨਾ, ਉਹਦੀ ਲੋਕ ਪਰਲੋਕ ਦੇ ਵਿੱਚ ਇੱਜ਼ਤ ਹੁੰਦੀ ਹੈ, ਉਹਦਾ ਫਿਰ ਜੀਵਨ ਪਵਿੱਤਰ ਹੋ ਜਾਂਦਾ ਹੈ।
ਉਹਨੂੰ ਕਿਸੇ ਪ੍ਰਕਾਰ ਦੀ ਮੈਲ ਨਹੀਂ ਲੱਗਦੀ। ਅਖੀਰਲੇ ਬੰਦ ਵਿੱਚ ਸਾਹਿਬ ਜੀ ਕਹਿੰਦੇ, ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤੇ ਸਮਾਹੇ। ਕਹਿੰਦੇ ਜਿਹਦੇ ਉੱਤੇ ਪਰਮਾਤਮਾ ਮਿਹਰ ਦੀ ਨਿਗਾਹ ਕਰੇ, ਉਹਦੀ ਗੱਲ ਕੀਤੀ ਹੈ, ਉਹਦਾ ਮਨ ਜਿਹੜਾ ਹੈ ਪਰਮਾਤਮਾ ਦੇ ਵਿੱਚ ਲੱਗ ਕੇ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ। ਸੰਤੋਖ ਦਾ ਧਾਰਨੀ, ਸਬਰ ਦਾ ਧਾਰਨੀ, ਜਿੱਥੇ ਆ ਕੇ ਮਨੁੱਖ ਦੀ ਐਸੀ ਅਵਸਥਾ ਹੁੰਦੀ ਹੈ ਵੀ ਜੋ ਪਰਮਾਤਮਾ ਨੇ ਦਿੱਤਾ ਹੈ ਉਹਦੇ ਵਿੱਚ ਰਾਜੀ ਹੁੰਦਾ। ਉਹ ਦੂਸਰੇ ਵੱਲ ਨਹੀਂ ਦੇਖਦਾ ਵੀ ਦੂਸਰੇ ਥਾਲੀ 'ਚ ਕੀ ਹੈ, ਦੂਸਰੇ ਦੇ ਘਰ ਵਿੱਚ ਕੀ ਹੈ, ਦੂਸਰੇ ਨੇ ਕਿਹੋ ਜਿਹਾ ਕੱਪੜਾ ਪਾਇਆ ਹੈ। ਉਹ ਰੱਬ ਦੀ ਰਜ਼ਾ ਵਿੱਚ ਰਾਜੀ ਹੁੰਦਾ ਹੈ। ਸੰਤੋਖ ਦਾ ਧਾਰਨੀ ਹੋ ਜਾਂਦਾ ਹੈ। ਪੰਜ ਭੂਤ ਸੱਚ ਭੈ ਰਤੇ। ਉਹਦਾ ਜਿਹੜਾ ਸਰੀਰ ਹੈ ਉਹ ਪ੍ਰਭੂ ਦੀ ਯਾਦ ਵਿੱਚ, ਪ੍ਰਭੂ ਦੇ ਅਦਬ ਦੇ ਵਿੱਚ ਰੰਗਿਆ ਜਾਂਦਾ ਹੈ। ਜੋਤ ਸੱਚੀ ਮਨ ਮਾਏ, ਤੇ ਪਰਮਾਤਮਾ ਦੀ ਜਿਹੜੀ ਜੋਤ ਹੈ ਉਹਦੇ ਅੰਦਰ ਸਮਾਈ ਰਹਿੰਦੀ ਹੈ, ਟਿਕ ਜਾਂਦੀ ਉਹਦੇ ਅੰਦਰ। ਨਾਨਕ ਔਗਣ ਵਿਸਰੇ, ਗੁਰ ਰਾਖੇ ਪਤ ਤਾਹੇ। ਕਹਿੰਦੇ ਜਿਹਦੀ ਰੱਖਿਆ ਗੁਰੂ ਨੇ ਕੀਤੀ, ਉਹਦੀ ਫਿਰ ਸੰਸਾਰ ਦੇ ਵਿੱਚ ਵੀ ਇੱਜ਼ਤ ਹੁੰਦੀ ਹੈ। ਇਸ ਲੋਕ ਵਿੱਚ ਤੇ ਪਰਲੋਕ ਵਿੱਚ ਹੀ ਹੁੰਦੀ। ਹਰ ਥਾਂ ਉਹਨੂੰ ਇੱਜ਼ਤ ਮਿਲਦੀ, ਆਦਰ ਮਾਣ ਸਤਿਕਾਰ ਮਿਲਦਾ ਹੈ। ਤੇ ਜਿਹੜੇ ਔਗਣ ਨੇ, ਜਿਹੜੇ ਵਿਕਾਰ ਨੇ, ਉਹਦੇ ਤੋਂ ਦੂਰ ਹੋ ਜਾਂਦੇ ਹਨ। ਤੇ ਇੱਕ ਥਾਂ ਤੇ ਆਪਾਂ ਪੜ੍ਹਦੇ ਹਾਂ, ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ। ਇਹ ਸ੍ਰਿਸ਼ਟੀ ਦੇ ਪੰਜ ਸਿਕਦਾਰ ਹਨ, ਚੌਧਰੀ ਹਨ। ਗੋਬਿੰਦ ਭਗਤ ਕੇ ਪਾਣੀ ਹਾਰ, ਪਰ ਰੱਬ ਦੇ ਭਗਤ ਦਾ ਪਾਣੀ ਭਰਨ ਵਾਲੇ ਨੇ, ਉਹਦੇ ਅਧੀਨ ਹੋ ਕੇ ਚੱਲਣ ਵਾਲੇ ਨੇ। ਲੂਟ ਲੈ ਸਾਕਤ ਪਤ ਖੋਵੇਂ, ਸਾਧ ਜਨਾ ਪਗ ਮਲਮਲ ਧੋਵੇਂ। ਜਿਹੜਾ ਰੱਬ ਨੂੰ ਟੁੱਟਾ ਹੋਇਆ ਬੰਦਾ ਏ, ਉਹਦੇ ਸ਼ੁਭ ਗੁਣ ਲੁੱਟ ਲੈਂਦੇ ਨੇ, ਉਹ ਆਪਣੀ ਇੱਜ਼ਤ ਗਵਾ ਕੇ ਸੰਸਾਰ ਤੋਂ ਜਾਂਦਾ ਹੈ। ਦੂਜੇ ਬੰਨੇ ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਦੇ ਮਨੋਂ ਇਹ ਵਿਕਾਰ ਮਲ ਮਲ ਕੇ ਪੈਰ ਧੋਂਦੇ ਨੇ। ਸਗਲ ਜਗਤ ਤੇ ਲੇਤੇ ਦਾਨ, ਸਾਰੇ ਸੰਸਾਰ ਤੋਂ ਦਾਨ ਲੈਂਦੇ ਨੇ। ਕਿਸੇ ਤੇ ਕਾਮ ਪ੍ਰਭਾਵ ਪਾ ਲੈਂਦਾ, ਕਿਸੇ ਤੇ ਕ੍ਰੋਧ, ਕਿਸੇ ਤੇ ਲੋਭ ਮੋਹ ਤੇ ਅਹੰਕਾਰ। ਪਰ ਦੂਜੇ ਪਾਸੇ ਗੋਬਿੰਦ ਭਗਤ ਕਉ ਕਰੈ ਸਲਾਮ, ਰੱਬ ਦੇ ਪਿਆਰੇ ਨੂੰ ਇਹ ਸਲਾਮਾਂ ਕਰਦੇ ਹਨ। ਰੱਬ ਦੇ ਪਿਆਰੇ ਦੇ ਅੱਗੇ ਇਹ ਨਤਮਸਤਕ ਹੁੰਦੇ ਨੇ, ਉੱਥੇ ਇਹਨਾਂ ਦੀ ਪੇਸ਼ ਨਹੀਂ ਜਾਂਦੀ। ਤੇ ਅਰਦਾਸ ਇਹੀ ਕਰਿਆ ਕਰੋ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਜਦੋਂ ਗੁਰੂ ਦੀ ਕਿਰਪਾ ਹੋਵੇ ਨਾ, ਇਹ ਪੰਜਾਂ ਨੂੰ ਹੀ ਮਨੁੱਖ ਚਿੱਤ ਕਰ ਦਿੰਦਾ ਹੈ। ਹਉ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ। ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜਦੋਂ ਗੁਰੂ ਨੇ ਪਿੱਠ 'ਤੇ ਮਿਹਰ ਭਰਿਆ ਹੱਥ ਰੱਖ ਦਿੱਤਾ, ਕਹਿੰਦੇ ਪੰਜਾਂ ਨੂੰ ਹੀ ਜਿੱਤ ਲਿਆ, ਚਿੱਤ ਕਰ ਦਿੱਤਾ ਖਾੜੇ ਵਿੱਚ। ਸੋ ਨਾਮ ਜਪ ਕੇ, ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲ ਬਣਾਈਏ। ਪ੍ਰਬੰਧਕਾਂ ਦਾ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਰਦਾਰ ਜਸਪ੍ਰੀਤ ਸਿੰਘ ਜੀ ਕਰਮਸਰ, ਚੇਅਰਮੈਨ ਧਰਮ ਪ੍ਰਚਾਰ ਕਮੇਟੀ, ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ, ਬਹੁਤ ਬਹੁਤ ਧੰਨਵਾਦ। ਭੁੱਲਾਂ ਨਾ ਚਿਤਾਰਦੇ ਹੋਏ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।